ਮਨੋਬਿਰਤੀ ਨੂੰ ਸਤਨਾਮ ਵਾਹਿਗੁਰੂ ਤਾਂ ਕਹਿੰਦੇ ਆ ਕਿ ਮਨ ਪਲਾਂ ਦੇ ਵਿੱਚ ਇੱਧਰ ਉੱਧਰ ਦੌੜ ਰਿਹਾ ਹੁੰਦਾ ਹੈ। ਤੇ ਜਦੋਂ ਆਪਾਂ ਵਾਹਿਗੁਰੂ ਅਰਦਾਸ ਵਿੱਚ ਵੀ ਕਹਿੰਦੇ ਆ ਨਾ, ਅਰਦਾਸ ਵਿੱਚ ਵੀ ਜਦੋਂ ਬਾਰ-ਬਾਰ ਇਹ ਆਖਿਆ ਜਾਂਦਾ ਵੀ ਤਿੰਨਾਂ ਦੀ ਕਮਾਈ ਦਾ, ਦਰਅਸਲ ਉਹ ਕਮਾਈ ਕੋਈ ਬਾਹਰਲੀ ਨਹੀਂ, ਮੈਂ ਹਮੇਸ਼ਾ ਅਰਜ਼ ਕੀਤੀ ਹੈ। ਬਾਹਰਲੇ ਤੌਰ ਤੇ ਤਾਂ ਭਗਤ ਰਵਿਦਾਸ ਸਾਹਿਬ ਜੀ ਦੇ ਕੋਲ ਕੋਈ ਬਹੁਤਾ ਧਨ ਨਹੀਂ। ਬਾਜ਼ਾਰ ਦੇ ਵਿੱਚ ਇੱਕ ਚੌਂਕ ਦੇ ਵਿੱਚ ਉਹ ਬੈਠੇ ਨੇ, ਜੁੱਤੀਆਂ ਗੰਢ ਰਹੇ ਨੇ। ਬਾਹਰਲੀ ਤੌਰ ਤੇ ਇਉਂ ਕਹਿ ਸਕਦੇ ਆ ਕੰਗਾਲ ਨੇ, ਪਰ ਅੰਦਰੋਂ ਨਾਮ ਰੂਪ ਧਨ ਦੇ ਨਾਲ ਉਹ ਮਾਲਾ ਮਾਲ ਨੇ। ਕਬੀਰ ਸਾਹਿਬ ਜੀ ਬਾਹਰੋਂ ਤਾਂ ਕੋਈ ਧਨਵਾਨ ਨਹੀਂ, ਪਰ ਅੰਦਰੋਂ ਧਨਵਾਨ ਨੇ। ਲੋਕ ਬਾਹਰੋਂ ਧਨਵਾਨ ਨੇ, ਪਰ ਅੰਦਰੋਂ ਕੋਈ ਧਨਵਾਨ ਹੋਵੇ, ਇਹ ਕੋਈ ਟਾਵੇਂ ਹੋ ਸਕਦੇ ਨੇ। ਗੁਰਮਤ ਦੇ ਵਿੱਚ ਧਨ ਦੀ, ਦੌਲਤ ਦੀ, ਪਦਾਰਥਾਂ ਦੀ ਕੋਈ ਨਿੰਦਾ ਨਹੀਂ ਹੈ, ਪਰ ਇਹ ਗੁਰੂ ਸਾਹਿਬ ਨੇ ਜ਼ਰੂਰ ਆਖਿਆ ਵੀ ਜੇ ਤੈਨੂੰ ਉਸ ਵਸਤੂ ਨੂੰ ਵਰਤਨ ਦਾ ਤਰੀਕਾ ਨਹੀਂ, ਫਿਰ ਗੁਰੂ ਸਾਹਿਬ ਜੀ ਨੇ ਉਹਨੂੰ ਜਗਾਇਆ ਜ਼ਰੂਰ ਹੈ ਸ਼ਬਦਾਂ ਦੇ ਰਾਹੀਂ। ਬੜਾ ਪਿਆਰਾ ਬਚਨ ਗੁਰੂ ਸਾਹਿਬ ਦਾ। ਸਤਿਗੁਰੂ ਜੀ ਕਹਿੰਦੇ, ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਜਿਉਂਦਾ ਬੰਦਾ ਜਿਹਨੂੰ ਤੈਰਨਾ ਨਹੀਂ ਆਉਂਦਾ, ਜੇ ਉਹ ਪਾਣੀ ਵਿੱਚ, ਨਦੀ ਵਿੱਚ, ਸਰੋਵਰ ਵਿੱਚ ਕਹਿ ਲਓ, ਜਿੱਥੇ ਪਾਣੀ ਹੈ, ਜੇ ਉਹਨੂੰ ਤੈਰਨਾ ਨਹੀਂ ਆਉਂਦਾ, ਜੇ ਉਹ ਛਾਲ ਮਾਰੇ ਉਹਨੇ ਤੁਰੰਤ ਹੀ ਡੁੱਬ ਜਾਣਾ ਹੈ, ਛਾਲ ਮਾਰਦੇ ਹੀ। ਪਰ ਜਿਹਨੂੰ ਤੈਰਨਾ ਆਉਂਦਾ ਉਹ ਕਿਉਂ ਨਹੀਂ ਡੁੱਬਦਾ? ਦਰਅਸਲ ਉਹ ਜਦੋਂ ਪਾਣੀ ਵਿੱਚ ਤੈਰਦਾ ਹੈ, ਉਹ ਆਪਣੇ ਸਰੀਰ ਦਾ ਬੈਲੈਂਸ ਬਣਾ ਲੈਂਦਾ ਹੈ, ਫਿਰ ਉਹ ਡੁੱਬਦਾ ਨਹੀਂ। ਤੇ ਜਿਉਂਦਾ ਕਿਉਂ ਡੁੱਬ ਜਾਂਦਾ ਹੈ? ਉਹ ਆਪਣੇ ਸਰੀਰ ਦਾ ਬੈਲੈਂਸ ਨਹੀਂ ਬਣਾ ਸਕਦਾ, ਉਹ ਤਾਂ ਡੁੱਬਦਾ ਹੈ। ਦੂਜੀ ਉਦਾਹਰਨ ਇਹ, ਜੇ ਕੋਈ ਸਵਾਲ ਕਰੇ ਜੀ ਜਿਉਂਦਾ ਤੇ ਬੈਲੈਂਸ ਬਣਾ ਲੈਂਦਾ ਹੈ, ਪਰ ਮਰਿਆ ਬੰਦਾ ਪਾਣੀ ਵਿੱਚ ਕਿਉਂ ਨਹੀਂ ਡੁੱਬਦਾ? ਤੁਸੀਂ ਵੇਖੋ, ਮਰਨ ਤੋਂ ਬਾਅਦ ਹੀ ਬੰਦਾ ਪਾਣੀ ਦੇ ਉੱਪਰ ਤੈਰਦਾ ਹੁੰਦਾ। ਪੰਜਾਬ ਤੋਂ ਆਏ ਆ, ਕਿੰਨੀਆਂ ਇੱਦਾਂ ਦੀਆਂ ਨਦੀਆਂ, ਸੂਏ ਆਦਿਕ, ਕੱਸੀਆਂ ਕਹਿ ਲਓ, ਵੱਖੋ ਵੱਖ ਭਾਸ਼ਾ ਦੇ ਵਿੱਚ ਮਾਲਵੇ ਦੀ ਜਿਹੜੀ ਬੋਲੀ ਹੈ, ਉੱਥੇ ਉਹਨੂੰ ਸੂਏ, ਕੱਸੀਆਂ ਆਦਿਕ ਵੀ ਕਹਿੰਦੇ ਨੇ। ਇਹ ਹਕੀਕਤ ਹੈ। ਭਾਵ ਜਿਹੜੇ ਉਸ ਪਾਣੀ ਦੇ ਵਿੱਚ ਕਈ ਦਫਾ ਲੋਕ ਐਦਾਂ ਤੈਰਦੇ ਆਉਂਦੇ ਮਰੇ ਹੋਏ ਵੱਡੀਆਂ ਵੱਡੀਆਂ ਨਹਿਰਾਂ ਵਿੱਚ, ਉਹਦਾ ਕਾਰਨ ਗੁਰਬਾਣੀ ਨੇ ਇਸ਼ਾਰਾ ਕੀਤਾ ਹੈ। ਦਰਅਸਲ ਜਿਵੇਂ ਜਿਉਂਦਾ ਬੰਦਾ ਪਾਣੀ ਵਿੱਚ ਡੁੱਬ ਜਾਂਦਾ ਹੈ, ਇਸੇ ਤਰ੍ਹਾਂ ਬੰਦਾ ਜਿਉਂਦਾ ਹੀ ਸੰਸਾਰ ਵਿੱਚ ਡੁੱਬਦਾ ਹੈ, ਮਰਨ ਤੋਂ ਬਾਅਦ ਨਹੀਂ ਕੋਈ ਡੁੱਬਦਾ। ਉਹਦਾ ਕਾਰਨ ਕੀ ਹੈ? ਭਗਤ ਜੀ ਕਹਿੰਦੇ, ਕਬੀਰ ਬੇੜਾ ਜਰਜਰਾ। ਬੇੜਾ ਕੀ ਹੈ? ਆ ਸਾਡਾ ਸਰੀਰ। ਇਹ ਜਰਜਰਾ ਕੀ ਹੈ? ਰੋਜ਼ ਰੋਜ਼ ਇਹਨੂੰ, ਕਿਉਂਕਿ ਜਨਮ ਤੋਂ ਬਾਅਦ ਬਚਪਨਾ, ਬਚਪਨ ਤੋਂ ਬਾਅਦ ਜਵਾਨੀ, ਜਵਾਨੀ ਫਿਰ ਬੁਢੇਪਾ, ਜਰ ਆਈ ਜੋਬਨ ਹਾਰਿਆ। ਬੁਢੇਪਾ ਜਿਹੜਾ ਉਹ ਜਵਾਨੀ ਤੇ ਹਾਵੀ ਹੋ ਗਿਆ, ਤੇ ਬੰਦਾ ਜਵਾਨੀ ਹਾਰ ਗਿਆ ਤੇ ਬੁਢੇਪਾ ਜਿੱਤ ਗਿਆ। ਤੇ ਬੁਢੇਪੇ ਨੂੰ ਵੀ ਜਿੱਤਣ ਵਾਲੀ ਇੱਕ ਚੀਜ਼ ਹੈ, ਉਹ ਹੈ ਮੌਤ। ਦਰਅਸਲ ਜਿਉਂਦਾ ਬੰਦਾ ਕਿਉਂ ਡੁੱਬਦਾ ਹੈ? ਉਹਦੇ ਸਰੀਰ ਦਾ ਬੈਲੈਂਸ ਨਹੀਂ, ਉਹ ਡੁੱਬ ਗਿਆ। ਮਰਨ ਤੋਂ ਬਾਅਦ ਕਿਉਂ ਤੈਰਦਾ ਹੈ? ਕਿਉਂਕਿ ਹੁਣ ਉਹਦੇ ਅੰਦਰ ਕੋਈ ਭਾਰ ਨਹੀਂ, ਕੋਈ ਬੋਝ ਨਹੀਂ। ਮੇਰੇ ਸਤਿਗੁਰੂ ਜੀ ਕਹਿੰਦੇ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜਦੋਂ ਆਪਾਂ ਜੀਵਨ ਜਿਉਂ ਰਹੇ ਹਾਂ ਨਾ, ਜਿਉਂਦਿਆਂ ਜਿਉਂਦਿਆਂ ਵੇਖੋ, ਸਤ ਸੰਗਤ ਦੇ ਵਿੱਚ ਆਪਾਂ ਆ ਰਹੇ ਹਾਂ ਗੁਰੂ ਕੋਲ। ਇੱਥੇ ਜੇ ਬੰਦਾ ਘਰੋਂ ਜੇ ਤੁਰਿਆ ਹੈ, ਤੇ ਜੇ ਤਾਂ ਉਹਦੇ ਦਿਮਾਗ ਤੇ, ਜੇ ਉਹਦੇ ਮਨ ਦੇ ਉੱਪਰ ਬੋਝ ਹੈ, ਉਹ ਬੋਝ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ, ਜ਼ਿਆਦਾ ਨਹੀਂ ਮੈਂ ਕਹਿ ਸਕਦਾ। ਫਿਰ ਕਈ ਨਾਰਾਜ਼ ਹੋ ਜਾਂਦੇ ਵੀ ਬਾਬਾ ਤੂੰ ਤਵੇ ਲਾਉਣਾ, ਪਰ ਸੱਚ ਨੂੰ ਵੀ ਤਵੇ ਲੋਕ ਕਹਿੰਦੇ। ਫਿਰ ਬੜੀ ਮੈਨੂੰ ਆਪਣੇ ਆਪ ਨੂੰ ਹੁੰਦਾ ਵੀ ਪਤਾ ਨਹੀਂ ਗੁਰੂ ਸਾਹਿਬ ਜੀ ਕਿਸ ਰਜਾ ਦੇ ਵਿੱਚ ਰਾਜੀ ਨੇ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜਦੋਂ ਆਪਾਂ ਘਰੋਂ ਆਉਣੇ ਆ, ਇਹ ਗੁਰਬਾਣੀ ਦੀ, ਕਥਾ ਦੀ, ਕੀਰਤਨ ਦੀ, ਵਿਚਾਰਾਂ ਦੀ ਸਮਝ ਦੱਸੋ ਕਿਸ ਬੰਦੇ ਨੂੰ ਲੱਗੇਗੀ? ਜਦੋਂ ਆਪਾਂ ਘਰੋਂ ਆਉਣੇ ਆ, ਜੇ ਤਾਂ ਦਿਲ, ਦਿਮਾਗ ਤੇ ਮਨ ਦੇ ਉੱਪਰ ਹੈ ਕੋਈ ਬੋਝ, ਉਹ ਬੋਝ ਕਿਸੇ ਦੇ ਵੀ ਹੋ ਸਕਦਾ, ਮੇਰੇ ਵੀ ਹੋ ਸਕਦਾ। ਜੇ ਤਾਂ ਮਨ ਤੇ ਹੈ ਈਰਖਾ, ਦਵੈਸ਼ ਦਾ, ਆਪਣੀ ਦਾ, ਪਰਾਏ ਦਾ, ਚੋਰੀ ਦਾ, ਠੱਗੀ ਦਾ, ਕਿਸੇ ਨੂੰ ਵਾਚਣ ਦਾ, ਕਿਸੇ ਨੂੰ ਜੱਜ ਕਰਨ ਦਾ, ਕਿਸੇ ਤਰ੍ਹਾਂ ਦਾ ਵੀ ਜੇ ਤੁਹਾਡੇ ਮਨ ਵਿੱਚ ਬੋਝ ਹੈ, ਤਾਂ ਉਹ ਬੰਦਾ ਸੰਗਤ ਵਿੱਚ ਆ ਕੇ ਵੀ, ਬਾਣੀ ਕਹਿੰਦੀ ਆ, ਉਹ ਡੁੱਬੇਗਾ ਤੇ ਉਹ ਲਾਹਾ ਨਹੀਂ ਲੈ ਸਕਦਾ। ਮੁਰਦਾ ਨਹੀਂ ਡੁੱਬਦਾ। ਕਿਉਂ?
ਤੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਮੁਰਦਾ ਹੋਏ ਨਾ ਮੁਰੀਦ ਗੱਲੀ ਹੋਵਣਾ। ਜੇ ਤੂੰ ਗੁਰੂ ਦੇ ਦਰ ਤੇ ਪ੍ਰਵਾਨ ਹੋਣਾ ਹੈ ਤਾਂ ਆਪਣੇ ਮਨ ਨੂੰ, ਆਪਣੇ ਸੁਭਾਅ ਨੂੰ ਗੁਰੂ ਦੇ ਸ਼ਬਦ ਨਾਲ ਇੰਨਾ ਕੁ ਕੇਂਦਰਿਤ ਕਰ ਲਾ, ਤੂੰ ਮੁਰਦੇ ਵਰਗਾ ਹੋ ਜਾ। ਮੁਰਦਾ ਬੰਦਾ ਪਾਣੀ ਵਿੱਚ ਨਹੀਂ ਡੁੱਬਦਾ। ਕਿਉਂ? ਕਿਉਂਕਿ ਉਹਦੇ ਉੱਤੇ ਹੁਣ ਬੋਝ ਹੀ ਕੋਈ ਨਹੀਂ, ਉਹਦੇ ਬੋਝ ਨਹੀਂ ਤਾਂ ਨਹੀਂ ਡੁੱਬਦਾ। ਜਿਉਂਦਾ ਡੁੱਬ ਜਾਂਦਾ ਹੈ ਕਿਉਂਕਿ ਬੋਝ ਬੜਾ ਹੈ। ਸਤਿਗੁਰੂ ਜੀ ਕਹਿੰਦੇ ਸੰਗਤ ਵਿੱਚ ਤੂੰ ਆ ਰਿਹਾ ਹੈ, ਪਰ ਜੇ ਤੇਰੇ ਮਨ ਵਿੱਚ ਤ੍ਰਿਸ਼ਨਾ ਦਾ, ਵਿਸ਼ੇ ਵਿਕਾਰਾਂ ਦਾ, ਲੋਭ ਲਾਲਚ ਦਾ, ਆਪਣੇ ਪਰਾਏ ਦਾ ਜੇ ਤੇਰੇ ਮਨ ਤੇ ਬੋਝ ਹੈ, ਪਾਤਸ਼ਾਹ ਜੀ ਕਹਿੰਦੇ ਤੂੰ ਗੁਰੂ ਕੋਲ ਆਏਗਾ ਤਾਂ ਜ਼ਰੂਰ, ਹਮ ਦੇਖਾ ਤਹਿ ਡੂਬੀ ਅਲੇ, ਆਏਗਾ ਤਾਂ ਤੂੰ ਜ਼ਰੂਰ, ਪਰ ਕਹਿੰਦੇ ਤੂੰ ਡੁੱਬ ਜਾਏਗਾ, ਤੂੰ ਲਾਹਾ ਨਹੀਂ ਲੈ ਸਕਦਾ। ਕਬੀਰ ਬੇੜਾ ਜਰਜਰਾ ਫੂੰਟੇ 6000। ਇੱਕ ਬੇੜਾ, ਬੇੜੀ ਦਰਿਆ ਵਿੱਚ, ਹੁਣ ਜੇ ਉਹਦੇ ਵਿੱਚ ਛੇਕ ਹੋਣ, ਇੱਕ ਵੀ ਨਿੱਕਾ ਜਿਹਾ ਛੇਕ ਹੋਵੇ ਨਾ, ਤਾਂ ਬੇੜੀ ਬੰਨੇ ਨਹੀਂ ਜਾ ਸਕਦੀ। ਤੇ ਉਹ ਗੁਰਬਾਣੀ ਨੇ ਉਦਾਹਰਨ ਦਿੱਤੀ ਹੈ, ਜਿਹੜੀ ਬੇੜੀ ਹੈ ਨਾ ਉਹ ਪਾਣੀ ਦੇ ਵਿੱਚ ਹੀ ਤੈਰਦੀ ਹੈ ਤੇ ਪਾਣੀ ਵਿੱਚ ਹੀ ਡੁੱਬਦੀ ਹੈ। ਬੇੜੀ ਕਦੀ ਰੇਤੇ ਵਿੱਚ ਨਾ ਤੈਰਦੀ ਹੈ ਤੇ ਨਾ ਰੇਤੇ ਵਿੱਚ ਡੁੱਬਦੀ ਹੈ। ਇਹ ਜਿਹੜੀ ਸਾਡੀ ਸਰੀਰ ਰੂਪ ਬੇੜੀ ਹੈ, ਸੰਸਾਰ ਰੂਪ ਸਾਗਰ ਹੈ ਨਾ ਜਿਹੜਾ, ਇਹਦੇ ਵਿੱਚ ਹੀ ਚੱਲਦੀ ਹੈ ਤੇ ਇਹਦੇ ਵਿੱਚ ਹੀ ਡੁੱਬ ਜਾਂਦੀ ਹੈ। ਕੋਈ ਟਾਵੇਂ ਟਾਵੇਂ ਨੇ ਜਿਹੜੇ ਸੰਸਾਰ ਰੂਪ ਸਾਗਰ ਵਿੱਚ ਸਤ ਸੰਗਤ ਦੀ ਘਾਟ ਤੇ ਆ ਕੇ, ਨਾਮ ਦਾ ਲਾ ਕੇ ਸਾਬਣ, ਅਭਿਆਸ ਦੀਆਂ ਮਾਰ ਕੇ ਮੁਕੀਆਂ, ਪ੍ਰੇਮ ਦਾ ਪਾ ਕੇ ਪਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨੇ। ਜਿਹੜਾ ਬੰਦਾ ਹਾਜ਼ਰ ਹੋਵੇ ਨਾ, ਆਪਾਂ ਉਹਦੇ ਮੂੰਹ ਤੇ ਉਹਦੀ ਕਮਜ਼ੋਰੀ ਕਦੀ ਨਹੀਂ ਬਿਆਨ ਕਰ ਸਕਦੇ। ਜਿਹੜਾ ਸਾਹਮਣੇ ਹੋਵੇ, ਕਦੋਂ ਉਹਦੀ ਕਮਜ਼ੋਰੀ ਬਿਆਨ ਕਰਾਂਗੇ, ਕਦੋਂ ਉਹਦੀ ਭੰਡੀ ਕਰਾਂਗੇ? ਜਦੋਂ ਉਹ ਪਰੇ ਹੋਵੇਗਾ, ਦੂਰ ਕਿਤੇ। ਫਿਰ ਜੇ ਕਹੀਏ ਆ ਜਾ ਕਰ ਮੂੰਹ ਤੇ ਗੱਲ, ਨਹੀਂ ਨਹੀਂ ਮੈਂ ਮੂੰਹ ਤੇ ਨਹੀਂ ਕਹਿਣਾ, ਮੈਂ ਤੈਨੂੰ ਦੱਸਤਾ। ਕਿਉਂ? ਉਦਾਹਰਨ ਗੁਰਬਾਣੀ ਦੀ, ਤਰਕ ਤਵਾ ਨਹੀਂ। ਗੁਰੂ ਸਾਹਿਬ ਜੀ ਹਾਜ਼ਰ ਜੇ ਨਾਜ਼ਰ ਨੇ ਸਾਡੇ ਸਾਹਮਣੇ। ਜਿਵੇਂ ਆਪਾਂ ਪਿੱਠ ਪਿੱਛੇ ਬੰਦੇ ਨੂੰ ਜੋ ਮਰਜ਼ੀ ਕਹੀਏ, ਉਹਨੂੰ ਵਿਚਾਰੇ ਨੂੰ ਕੀ ਪਤਾ ਹੈ, ਪਰ ਜੇ ਉਹ ਸਾਹਮਣੇ ਹੋਵੇ ਤਾਂ ਆਪਾਂ ਕੁਝ ਨਹੀਂ ਕਹਿੰਦੇ। ਕਿਉਂ? ਕਿਉਂਕਿ ਸਾਹਮਣੇ ਹੈ, ਉਹ ਜਵਾਬ ਦੇਗਾ। ਬਸ ਇਉਂ ਕਹਿ ਲਓ ਵੀ ਗੁਰੂ ਸਾਹਿਬ ਜੀ ਨੂੰ ਜੇ ਤਾਂ ਆਪਾਂ ਸਮਝਦੇ ਹਾਂ ਹਾਜ਼ਰ ਨਾਜ਼ਰ, ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ, ਜਹ ਜਹ ਪੇਖੂ ਤੈ ਹਜੂਰ, ਦੂਰ ਕਤੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ, ਅਲਪ ਮਨੇ ਥੋੜਾ ਜਾ, ਸੁਖ ਭਨੀਐ। ਇੱਕ ਅੱਖ ਦੇ ਝਮੱਕਣ ਵਾਂਗੀ ਸੰਸਾਰ ਦੇ ਜਿਹੜੇ ਪਦਾਰਥ ਨੇ ਨਾ, ਇਹ ਨਾਸਵੰਤ ਨੇ। ਧਨ ਦੌਲਤ ਪਦਾਰਥ ਜੀਵਨ ਦੀਆਂ ਲੋੜਾਂ ਨੇ, ਇਹ ਲੋੜਾਂ ਨੇ, ਇਹ ਤੋਂ ਬਿਨਾਂ ਕਿਸੇ ਦਾ ਵੀ ਨਹੀਂ ਸਰਦਾ। ਪਰ ਸਤਿਗੁਰੂ ਜੀ ਕਹਿੰਦੇ ਧਰਮ ਤੇਰੀ ਮੰਜ਼ਿਲ ਹੈ। ਬੇਨਤੀ ਕਰ ਰਿਹਾ ਸਾਂ ਕਿ ਜਿਵੇਂ ਹਾਜ਼ਰ ਬੰਦੇ ਦੇ ਸਾਹਮਣੇ ਤੁਸੀਂ ਕੁਝ ਨਹੀਂ ਕਹਿੰਦੇ, ਉਹਦੀ ਲੋੜ ਤੋਂ ਵੱਧ ਵੀ ਕਈ ਦਫਾ ਉਪਮਾ ਕਰ ਦਿੰਦੇ ਆ, ਕਿਉਂਕਿ ਉਹ ਹਾਜ਼ਰ ਹੈ। ਇਹਦਾ ਮਤਲਬ ਜੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਆ, ਤੇ ਫਿਰ ਜੋ ਬਾਣੀ ਵਿੱਚ ਲਿਖਿਆ ਉਹ ਬਿਆਨ ਸਾਨੂੰ ਕਰਨਾ ਚਾਹੀਦਾ ਹੈ। ਜੇ ਆਪਾਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦੇ, ਵੀ ਗੁਰੂ ਸਾਹਿਬ ਕਿਹੜਾ ਹਾਜ਼ਰ ਨਾਜ਼ਰ ਹੈ ਜੀ, ਇਹ ਤੇ ਭਾਈ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਕੀਤਾ, ਆਪ ਹੀ ਇਹਨੇ ਸ਼ਾਮ ਨੂੰ ਸੁਖਾਸਨ ਕਰ ਦੇਣਾ, ਵੀ ਇਹਦੀ ਡਿਊਟੀ ਹੈ। ਜੇ ਤਾਂ ਇਸ ਤਰੀਕੇ ਨਾਲ ਸਮਝਾਂਗੇ ਫਿਰ ਤੇ ਸਮਝੋ ਗੁਰੂ ਸਾਹਿਬ ਨੂੰ ਅਸੀਂ ਹਾਜ਼ਰ ਨਾਜ਼ਰ ਨਹੀਂ। ਪਰ ਜਿਹੜਾ ਹਾਜ਼ਰ ਨਾਜ਼ਰ ਸਮਝਦਾ ਹੈ ਨਾ ਬੰਦਾ, ਇੱਕ ਥੋੜੀ ਬਹੁਤੀ ਸ਼ਾਇਰੀ ਲਿਖ ਦੇ, ਗੀਤ ਕਵਿਤਾ ਲਿਖ ਦੇ, ਥੋੜੇ ਦਿਨਾਂ ਤੋਂ ਬਾਅਦ ਜਿਉਂ-ਜਿਉਂ ਸੁਣੋਗੇ ਉਹਦਾ ਜਿਹੜਾ ਰਸ ਖਤਮ ਹੁੰਦਾ ਜਾਣਾ ਹੈ। ਪਰ ਇਹ ਬਾਣੀ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਇਹ ਸਤਿਗੁਰਾਂ ਦੀ ਉਹ ਬਾਣੀ ਹੈ। ਜਿਵੇਂ ਜਿਵੇਂ ਨੂੰ ਪੜ੍ਹਦੇ ਹਾਂ, ਇਹਦੀ ਵਿਚਾਰ ਕਰਦੇ ਹਾਂ, ਮਨੁੱਖ ਦੇ ਅੰਦਰ ਵਿਚਾਰਾਂ ਦੀ ਬਣੀ ਹੋਈ ਚਿੰਤਨ, ਵਿਚਾਰਾਂ ਦੇ ਬਣਾ ਹੋਇਆ ਜਿਹੜਾ ਸੰਗ੍ਰਹਿ ਹੈ, ਉਹਦੇ ਵਿੱਚ ਜਿਹੜੀ ਚਿੰਤਾ, ਇਹ ਗੁਰਬਾਣੀ ਦੂਰ ਕਰਨ ਦੀ ਸਮਰੱਥਾ ਰੱਖਦੀ ਹੈ। ਬੇਨਤੀ ਕਰ ਰਹੇ ਸਾਂ, ਕਬੀਰ ਬੇੜਾ ਜਰਜਰਾ ਫੂਟੇ 6000, ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਜਿਵੇਂ ਇੱਕ ਮੁਰਦਾ ਹਲਕਾ ਹੈ, ਉਹ ਨਹੀਂ ਡੁੱਬਦਾ। ਮੇਰੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਬੰਦਾ ਸੰਸਾਰ ਵਿੱਚ ਆਪਣੇ ਮਨ ਦੇ ਉੱਪਰ ਬੋਝ ਲੈ ਕੇ ਚੱਲਦਾ, ਕਿਸੇ ਵੀ ਤਰ੍ਹਾਂ ਦਾ ਬੋਝ ਹੋ ਸਕਦਾ ਹੈ। ਸਿਰ ਤੇ ਕੋਈ ਬੋਝ ਰੱਖਿਆ ਹੋਵੇ ਨਾ, ਤਾਂ ਉਹਨੂੰ ਤੁਰਨਾ ਮੁਸ਼ਕਲ ਹੋ ਜਾਂਦਾ ਹੈ। ਜ਼ਿਆਦਾ ਵਜਨ ਸਿਰ ਤੇ ਹੋਵੇ,
ਪਰ ਜੇ ਬੋਝ ਨਾ ਹੋਵੇ ਤੇ ਬੰਦਾ ਭੱਜ ਜਾਂਦਾ ਹੈ, ਭੱਜ ਸਕਦਾ ਹੈ। ਵੇਖੋ ਭਾਰੀ ਭਰਕਮ ਸਰੀਰ ਦੌੜ ਨਹੀਂ ਸਕਦਾ, ਜਿਹੜੇ ਹਲਕੇ ਨੇ ਉਹ ਭੱਜ ਸਕਦੇ ਨੇ। ਮੇਰੇ ਸਤਿਗੁਰੂ ਜੀ ਕਹਿੰਦੇ ਹਰੂਏ ਹਰੂਏ ਤਿਰ ਗਏ। ਕਿਹੜੇ ਹਰੂਏ ਤੋਂ ਭਾਵ ਹਲਕੇ, ਜਿਨ੍ਹਾਂ ਦੀ ਸੁਰਤ ਦੇ ਵਿੱਚ ਫਰੀਦਾ ਗਲੀਆਂ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇ। ਹੁਣ ਇੱਕ ਰਸਤੇ ਵਿੱਚ ਚਿੱਕੜ ਹੋਵੇ ਤੇ ਲੰਘਣਾ ਮੁਸ਼ਕਲ ਹੈ, ਆਪਾਂ ਇੱਧਰ ਉੱਧਰ ਰਸਤਾ ਸਾਫ਼ ਦੇ ਕੇ ਲੰਘਾਂਗੇ। ਪਰ ਸਤਿਗੁਰੂ ਜੀ ਕਹਿੰਦੇ ਇਹ ਗੱਲ ਕੋਈ ਬਾਹਰਲੇ ਚਿੱਕੜ ਦੀ ਨਹੀਂ। ਜੇ ਬਾਹਰਲੇ ਚਿੱਕੜ ਵਿੱਚੋਂ ਦੀ ਸਰੀਰ ਨੂੰ ਲੰਘਣਾ ਮੁਸ਼ਕਲ ਹੈ, ਪਰ ਭਗਤ ਫਰੀਦ ਸਾਹਿਬ ਜੀ ਕਹਿੰਦੇ ਬੰਦਿਆ ਸੁਰਤ ਦੇ, ਇਹ ਜਿਹੜੀ ਸੁਰਤ ਹੈ ਇਹਦੇ ਵਿੱਚ ਤੂੰ ਕਿੰਨਾ ਚਿੱਕੜ ਕਰੀ ਫਿਰਦਾ, ਵਿਕਾਰਾਂ ਦਾ, ਲੋਭ ਦਾ, ਹੰਕਾਰ ਦਾ। ਪਾਤਸ਼ਾਹ ਕਹਿੰਦੇ ਐਨੇ ਚਿੱਕੜ ਦੇ ਵਿੱਚੋਂ ਦੀ ਦੱਸ ਤੂੰ ਲੰਘੇਗਾ ਕਿਵੇਂ, ਰੱਬ ਤੱਕ ਕਿਵੇਂ ਪਹੁੰਚੇਗਾ। ਰੱਬ ਤੱਕ ਪਹੁੰਚਣ ਤੋਂ ਭਾਵ ਗੁਰੂ ਦੀ ਬਾਣੀ ਨੂੰ ਕਿੱਦਾਂ ਸਮਝੇਗਾ ਕਿ ਗੁਰੂ ਸਾਹਿਬ ਕਹਿ ਕੀ ਰਹੇ ਨੇ। ਫਰੀਦਾ ਗਲੀਏ ਚਿੱਕੜ ਦੂਰ ਘਰ, ਪਰਮਾਤਮਾ ਦਾ ਘਰ ਹੈ ਤਾਂ ਦੂਰ। ਉਹ ਕਿਉਂ ਦੂਰ ਹੈ? ਵੇਖੋ ਰਸਤਾ ਸਿੱਧਾ ਹੋਵੇ ਨਾ, ਭਾਵੇਂ ਉਹ ਦੂਰ ਹੋਵੇ ਤੇ ਆਪਾਂ ਕਵਾਂਗੇ ਇੱਧਰ ਦੀ ਜਾਂਦੇ ਆ, ਤੇ ਜੇ ਰਸਤੇ ਵਿੱਚ ਚਿੱਕੜ ਹੋਵੇ ਨਾ ਤੇ ਆਪਾਂ ਕਹਿੰਦੇ ਹੈ ਤਾਂ ਨੇੜੇ, ਵੀ ਇੱਧਰ ਦੀ ਨਹੀਂ ਜਾਣਾ। ਕੱਪੜੇ ਵੀ ਗੰਦੇ ਹੋਣਗੇ, ਜਾਂ ਇਉਂ ਕਹਿ ਲਓ ਗੱਡੀ ਤੇ ਜਾਵਾਂਗੇ ਵੀ ਦੇ ਟਾਇਰ ਗੰਦੇ ਹੋਣਗੇ। ਤੇ ਮੇਰੇ ਸਤਿਗੁਰੂ ਜੀ ਸਮਝਾ ਰਹੇ ਨੇ ਜੇ ਜ਼ਿਆਦਾ ਚਿੱਕੜ ਕਰਕੇ ਬੰਦਾ ਥੋੜੇ ਰਸਤੇ ਨੂੰ ਵੀ ਤੈਅ ਨਹੀਂ ਕਰ ਸਕਦਾ, ਤੇ ਪਾਤਸ਼ਾਹ ਜੀ ਕਹਿੰਦੇ ਰੱਬ ਦਾ ਜਿਹੜਾ ਰਸਤਾ ਹੈ ਨਾ, ਇਹਦੇ ਵਿੱਚ ਦੂਰੀ ਤੂੰ ਆਪ ਹੀ ਬਣਾਈ ਹੈ। ਕਾਮ ਕਰੋ ਲੋਭ ਮੋਹ ਹੰਕਾਰ ਵਿਸ਼ੇ ਵਿਕਾਰਾਂ ਦਾ ਇੰਨਾ ਕੁ ਚਿੱਕੜ ਤੂੰ ਕਰ ਲਿਆ ਹੈ। ਗਲੀਏ ਫਰੀਦਾ ਗਲੀਏ ਚਿੱਕੜ ਦੂਰ ਕਰ, ਦੂਰ ਘਰ ਤੈਨੂੰ ਤਾਂ ਹੀ ਲੱਗਦਾ ਹੈ ਕਿਉਂਕਿ ਇਹ ਤੇਰੇ ਆਪਣੇ ਕਰਕੇ ਆ, ਰੱਬ ਨੇ ਦੂਰ ਨਹੀਂ ਕੀਤਾ। ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਕਹਿੰਦੇ ਪਰਮਾਤਮਾ ਤਾਂ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਦੂਰ ਤਾਂ ਲੱਗਦਾ ਇਹਦੀ ਵਜ੍ਹਾ ਸਿਰਫ ਤੂੰ ਹੀ ਹੈ। ਤੋ ਭਗਤ ਜੀ ਕਹਿੰਦੇ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹ ਚੱਲਾਂ ਤਾਂ ਭਿੱਜੈ ਕੰਬਲੀ। ਕੰਬਲੀ ਕੀ ਹੈ? ਬਾਹਰਲੀ ਕੰਬਲੀ ਨਹੀਂ, ਕੋਈ ਉੱਪਰ ਜਿਹੜੀ ਕੰਬਲੀ ਤਨ ਨੂੰ ਢੱਕਣ ਵਾਲੀ ਨਹੀਂ। ਇੱਥੇ ਮੇਰੇ ਸਤਿਗੁਰੂ ਜੀ ਕਹਿੰਦੇ ਆ ਜਿਹੜੀ ਸੁਰਤ ਰੂਪ ਕੰਬਲੀ ਹੈ ਨਾ, ਇਹ ਵਿਕਾਰਾਂ ਦੇ ਨਾਲ ਭਿੱਜੀ ਪਈ ਹੈ। ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟਾ ਨੇ। ਜੇ ਮੈਂ ਤੁਰਦਾ ਤਾਂ ਜਿਹੜੇ ਵਿਕਾਰਾਂ ਦਾ ਮੀਂਹ ਪੈ ਰਿਹਾ ਤੇ ਕੰਬਲੀ ਇੰਨੀ ਕੁ ਗਿੱਲੀ ਹੋ ਗਈ, ਤੇ ਜੇ ਮੈਂ ਨਹੀਂ ਜਾਂਦਾ ਪਰਮਾਤਮਾ ਦੇ ਨਾਲੋਂ ਮੇਰੀ ਪ੍ਰੀਤ ਟੁੱਟਦੀ ਹੈ। ਤੋ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ, ਜਿਨ੍ਹਾਂ ਦੀ ਸੁਰਤ ਦੇ ਉੱਪਰ ਵਿਕਾਰਾਂ ਦਾ ਬੋਝ ਸੀ ਉਹ ਸੰਸਾਰ ਦੇ ਵਿੱਚ ਜਿਉਂਦੇ ਹੀ ਡੁੱਬ ਗਏ, ਤੇ ਜਿਨ੍ਹਾਂ ਦੀ ਸੁਰਤ ਦੇ ਉੱਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਵਿਸ਼ੇ ਵਿਕਾਰਾਂ ਦਾ ਬੋਝ ਨਹੀਂ, ਉਹ ਸੰਸਾਰ ਦੇ ਵਿੱਚੋਂ ਜਿਉਂਦੇ ਹੀ ਤਰ ਗਏ ਹਨ। ਤੋ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਪਾਵਨ ਸ਼ਬਦ ਮੁੱਖ ਵਾਕ ਆਇਆ ਅੰਮ੍ਰਿਤ ਵੇਲੇ, ਸ਼ਬਦ ਸ਼ੁਰੂ ਹੁੰਦਾ ਦਇਆ ਤੋਂ। ਦਇਆ ਸ਼ਬਦ ਬਾਣੀ ਵਿੱਚ ਬਹੁਤ ਤਾਤ ਵਿੱਚ ਆਇਆ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਸਾਰੀ ਸੰਗਤ ਪਿਆਰ ਸਤਿਕਾਰ ਸਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਦਇਆ ਕਰਨੰ ਦੁਖ ਹਰਣੰ, ਉਚਰਣੰ ਨਾਮ ਕੀਰਤਨੈ। ਕੀਰਤਨੈ ਦੇ ਅਰਥ ਨੇ ਮਾਲਕ ਦੀ ਸਿਫਤ ਸਲਾਹ। ਉਸ ਪਰਮਾਤਮਾ ਦੀ ਵਡਿਆਈ, ਕਿਹੜੇ ਪਰਮਾਤਮਾ ਦੀ? ਜਿਹੜਾ ਹਮੇਸ਼ਾ ਹੀ ਦਇਆ ਕਰਨ ਵਾਲਾ, ਜਿਹੜਾ ਦਇਆ ਕਰਨ ਦੇ ਸਮਰੱਥ ਹੈ, ਜਿਹੜਾ ਦੇ ਹੀ ਰਿਹਾ ਤੇ ਬਦਲੇ ਵਿੱਚ ਮੰਗ ਉਹਦੀ ਕੋਈ ਨਹੀਂ। ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਉਹਦੀ ਵਡਿਆਈ ਇਹੀ ਹੈ। ਉਹਦੀ ਵਡਿਆਈ ਕਿਉਂ ਹੋ ਰਹੀ ਹੈ? ਉਹਦੀ ਜੈ ਜੈਕਾਰ ਦਾ ਕਾਰਨ ਇਹ ਹੈ ਕਿ ਉਹ ਦੇ ਹੀ ਜਾ ਰਿਹਾ ਬਾਰ-ਬਾਰ, ਪਰ ਦੇ ਕੇ ਉਹ ਬਦਲੇ ਵਿੱਚ ਮੰਗ ਕੋਈ ਨਹੀਂ। ਦਇਆ ਕਰਨੰ, ਉਹ ਵਾਹਿਗੁਰੂ ਦਇਆ ਦੇ ਕਰਨ ਵਾਲੇ। ਸਾਡੇ ਜੀਵਾਂ ਦੇ ਜਿਹੜੇ ਸਰੀਰਕ ਦੁੱਖ ਨੇ ਨਾ, ਸਰੀਰਕ ਜਿਹੜੇ ਰੋਗ ਨੇ, ਬਾਣੀ ਵਿੱਚ ਸਮਰੱਥਾ ਹੈ ਸਰੀਰਕ ਰੋਗ ਵੀ ਦੂਰ ਕਰ ਦਿੰਦੀ ਹੈ। ਐਸੀ ਗੱਲ ਨਹੀਂ। ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਰੀਰਕ ਰੋਗ ਬਾਣੀ ਦੂਰ ਕਰਦੀ ਹੈ,
ਪਰ ਆਪਾਂ ਡਾਕਟਰ ਤੋਂ ਵੀ ਇਲਾਜ ਕਰਾਉਣਾ ਹੈ। ਜੋ ਡਾਕਟਰ ਨੇ ਦਵਾਈ ਜੋ ਪਰਹੇਜ਼ ਦਿੱਤਾ ਉਹ ਆਪਾਂ ਕਰਨਾ ਹੈ, ਨਾਲੋਂ ਨਾਲ ਅਰਦਾਸ ਕਰਨੀ ਹੈ ਤੇ ਬਾਣੀ ਵੀ ਪੜ੍ਹਨੀ ਹੈ। ਫਿਰ ਸਤਿਗੁਰਾਂ ਦੀ ਸਹਾਇਤਾ, ਦਇਆ ਕਰਨ, ਉਹ ਸਤਿਗੁਰੂ ਜੀ ਦਇਆ ਦੇ ਕਰਨ ਵਾਲੇ ਨੇ, ਤੇ ਉਹਨਾਂ ਦੀ ਜਦੋਂ ਕਿਰਪਾ ਦਇਆ ਹੋਵੇ ਨਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੁੱਖ ਹਰਨੰ, ਦੁੱਖ ਨਾਸ ਹੋ ਜਾਂਦੇ ਨੇ। ਤੇ ਫਿਰ ਉਸ ਮਾਲਕ ਦੀ ਮਹਿਮਾ ਵਡਿਆਈ ਆਪਣੀ ਰਸਨਾ ਤੋਂ ਕੀਰਤਨ ਹੈ। ਕੀਰਤਨ ਦੇ ਅਰਥ ਹੁੰਦੇ ਨੇ ਸਿਫਤ ਸਲਾਹ। ਹੁਣ ਜਿਹਨੂੰ ਕੀਰਤਨ ਨਹੀਂ ਆਉਂਦਾ ਫਿਰ ਉਹ ਰੱਬ ਦੀ ਸਿਫਤ ਕਿੱਦਾਂ ਕਰੇ? ਪਾਤਸ਼ਾਹ ਜੀ ਕਹਿੰਦੇ ਉਹਦੀ ਵਡਿਆਈ, ਉਹਦੀ ਸਿਫਤ ਕੋਈ ਅਰਦਾਸ ਰਾਹੀਂ ਕਰ ਰਿਹਾ ਹੈ, ਕੋਈ ਕਥਾ ਰਾਹੀਂ ਕਰ ਰਿਹਾ ਹੈ, ਕੋਈ ਉਹਦੀ ਸੇਵਾ ਕਰਦਿਆਂ ਕਰਦਿਆਂ ਹੱਥਾਂ ਨਾਲ ਸੇਵਾ ਕਰ ਰਿਹਾ ਹੈ, ਤੇ ਮਨ ਹੀ ਮਨ ਵਿੱਚ ਕਹਿੰਦਾ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ, ਤੇਰਾ ਧੰਨਵਾਦ, ਤੂੰ ਮੈਨੂੰ ਆਪਣੇ ਕੋਲ ਬੁਲਾ ਲਿਆ। ਇਹ ਵੀ ਮਾਲਕ ਦੀ ਸਿਫਤ ਸਲਾਹ ਹੈ। ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨੈ, ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨ ਮਾਇਆ। ਦਇਆਲ ਪੁਰਖ, ਪੁਰਖ ਮੀਨਸ ਉਹ ਵਿਆਪਕ, ਉਹ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ ਤੇ ਉਹ ਦਇਆ ਦੇ ਕਰਨ ਵਾਲਾ ਹੈ। ਉਹ ਪਰਮਾਤਮਾ ਐਸਾ ਹੈ ਨਾਨਕ ਲਿਪਤ ਨ ਮਾਇਆ। ਉਹ ਰਹਿੰਦਾ ਸੰਸਾਰ ਵਿੱਚ ਹੀ ਹੈ, ਰਹਿੰਦਾ ਜੀਵਾਂ ਦੇ ਵਿੱਚ ਹੀ ਹੈ, ਪਰ ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਸੰਸਾਰ ਤੋਂ ਨਿਰਲੇਪ ਹੈ, ਰਹਿੰਦਾ ਸੰਸਾਰ ਵਿੱਚ ਹੈ। ਸੋ ਆਓ ਕੁਝ ਕੁ ਵਿਚਾਰ ਬਾਬਾ ਬੰਦਾ ਸਿੰਘ ਜੀ ਬਹਾਦਰ, ਤਿੰਨਾਂ ਦੇ ਸੰਬੰਧ ਵਿੱਚ ਮੈਂ ਨਿਮਾਣੀ ਜੀ ਕੋਸ਼ਿਸ਼ ਕਰਾਂ। ਬਾਬਾ ਬੰਦਾ ਸਿੰਘ ਜੀ